ਆਸਤਕ ਤੇ ਨਾਸਤਕ। ਸਭ ਤੋਂ ਪਹਿਲਾਂ ਆਸਤਕਤਾ ਦਾ ਆਸਰਾ ਅਕਾਲ ਪੁਰਖ ਦੀ ਹੋਂਦ ਹਸਤੀ ਨੂੰ ਮੰਨਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਗਰ ਬਾਣੀ ਦਾ ਮੁੱਢਲਾ ਅਸੂਲ ਅਕਾਲ ਪੁਰਖ ਨੂੰ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਮੰਨਣਾ ਹੈ। ਅੱਜ ਅਕਾਲ ਪੁਰਖ ਦੀ ਹਸਤੀ ਨੂੰ ਮਹਿਜ਼ ਇਸ ਕਰਕੇ ਹੀ ਮੰਨਣੋਂ ਮੁਨਕਰਤਾ ਹੋ ਰਹੀ ਹੈ ਕਿ ਇਹ ਅੱਖੀਂ ਦਿਸਦਾ ਨਹੀਂ। ਅੱਖੀਂ ਦਿਸਦਾ ਨਹੀਂ, ਇਸ ਕਰਕੇ ਹੈ ਹੀ ਨਹੀਂ। ਸੰਸਾਰ ਵਿਖੇ ਜੋ ਬੁਰਾਈ ਹੋ ਰਹੀ ਹੈ, ਜੋ ਉਪਦਰਵ ਹੋ ਰਹੇ ਹਨ, ਉਸ ਦਾ ਕਾਰਨ ਮੁੱਖ ਇਹੀ ਹੈ ਕਿ ਆਮ ਨਾਸਤਕਤਾ ਇਹ ਵਰਤ ਰਹੀ ਹੈ ਕਿ ਅਕਾਲ ਪੁਰਖ ਹੈ ਹੀ ਨਹੀਂ। ਜੇ ਇਹ ਨਿਸ਼ਚਾ ਯਕੀਨ ਹੋਵੇ ਕਿ ਉਹ ਹੈ, ਸਦਾ ਸਿਰ ਤੇ ਖੜਾ ਹੈ, ਨੇੜੇ ਹੂ ਤੇ ਨੇੜੇ ਹੈ ਅਤੇ ਸਭ ਦੇ ਨਿਕਟ ਵਸ ਰਿਹਾ ਹੈ, ਤਾਂ ਕੋਈ ਵੀ ਜੀਵ ਬੁਰਾਈ ਨਾ ਕਰੇ, ਕੋਈ ਵੀ ਬੁਰਾ ਕੰਮ ਨਾ ਕਰੇ, ਬਿਖ ਮਾਇਆ ਦੇ ਸੰਚਨ ਵਿੱਚ ਹੀ ਪਰਵਿਰਤ ਨਾ ਰਹੇ। ਬਿਖ ਮਾਇਆ ਦੇ ਸੰਚਨ ਵਿੱਚ ਮੁਸਤਗਰਕ ਹੋਇਆ ਉਹ ਮਾਇਆ ਮੋਹਣੀ ਨੂੰ ਜੱਫੇ ਪਾਈ ਫਿਰਦਾ ਹੈ। ਜੇ ਸਿਰ ਤੇ ਸ਼੍ਰੀ ਕਰਤਾਰ ਨੂੰ ਨਿਕਟ ਕਰ ਬੁਝੇ ਤਾਂ ਬੁਰਿਆਂ ਕੰਮਾਂ ਤੋਂ ਜ਼ਰੂਰ ਡਰੇ ਅਤੇ ਬਿਖ ਮਾਇਆ ਵਿਖੇ ਖੱਚਤ ਹੋਣੋਂ ਬਚੇ, ਪਰ ਬਚਦਾ ਨਹੀਂ। ਉਸ ਨੂੰ ਪਰਮਾਤਮਾ ਦੇ ਨਿਕਟ ਹੋਣ ਦਾ ਭੇਦ ਹੀ ਨਹੀਂ ਆਇਆ। ਇਸ ਨਿਕਟਤਾ ਦਾ ਭੇਦ, ਤਤ ਲਖਤਵੀ ਭੇਦ, ਕੇਵਲ ਗੁਰਮਤ ਦੁਆਰਾ ਸਤਿਗੁਰੂ ਲਖਾਏ ਤਤ ਬੋਧ ਗਿਆਨ ਦੁਆਰਾ ਹੀ ਪਾਇਆ ਜਾ ਸਕਦਾ ਹੈ। ਸਤਿਗੁਰੂ ਲਖਾਏ ਇਸ ਤਤ ਭੇਦ ਬਿਨਾ ਸਾਰੀ ਲੁਕਾਈ ਮਾਇਆ ਮੁਹਾਈ ਹੀ ਫਿਰਦੀ ਹੈ। ਉਂਝ ਕਹਿਣ ਮਾਤਰ ਨੂੰ ਤਾਂ ਬਥੇਰੇ ਕਹਿੰਦੇ ਫਿਰਦੇ ਹਨ ਕਿ ਪਰਮਾਤਮਾ ਹੈ ਅਤੇ ਨੇੜੇ ਹੀ ਹੈ, ਪਰ ਇਸ ਅਕਾਲ ਪੁਰਖ ਦੀ ਹੋਂਦ ਨਿਕਟਤਾ ਦਾ ਤਤ ਭੇਦ ਤਿਨਾਂ ਵਿਰਲੇ ਗੁਰਮੁਖਾਂ ਨੂੰ ਹੀ ਆਇਆ ਹੈ, ਜਿਨ੍ਹਾਂ ਨੇ ਸੱਚਮੁੱਚ ਅਕਾਲ ਪੁਰਖ ਨੂੰ ਨੇੜੇ ਕਰ ਲਖਿਆ, ਜਾਤਾ ਪਰਥਕ ਪਛਾਤਾ ਹੈ। ਅਕਾਲ ਪੁਰਖ ਦੀ ਅਖੌਤੀ ਹੋਂਦ ਮਨੌਤੀ ਵਾਲੀ ਲੁਕਾਈ ਜੇ ਮਨ ਬਚ ਕਰਮ ਕਰਕੇ ਸੱਚਮੁੱਚ ਅਕਾਲ ਪੁਰਖ ਦੀ ਹਸਤੀ ਨੂੰ ਮੰਨੇ ਤੇ ਨੇੜੇ ਕਰਕੇ ਪੇਖੇ ਪਰਖੰਨੇ, ਤਾਂ ਬਿਭਚਾਰ, ਬਦ ਇਖਲਾਕੀ, ਚੋਰੀ, ਯਾਰੀ, ਠੱਗੀ, ਐਸ਼ ਇਸ਼ਤਰੀ, ਵਿਖਿਆ ਪਸਰਗੀ, ਮਿੱਥਿਆ ਸਮੱਗਰੀ ਸੰਗ੍ਰਹਿਣ ਕਰਨ ਵਿੱਚ ਕਿਉਂ ਪਰਵਿਰਤ ਹੋਵੇ। ਇਸ ਵਿਖਿਆ ਠਗੌਰੀ ਦਾ ਠਗੀਰਿਆ ਹੋਇਆ ਉਹ ਇਸ ਵਿਖਈ ਐਸ਼ ਇਸ਼ਰਤ ਵਿੱਚ ਤਾਂ ਹੀ ਲੱਥਪੱਥ ਹੁੰਦਾ ਹੈ ਕਿ ਮੋਹ ਮਾਇਆ ਠਗੌਰੀ ਦੇ ਠੱਗੇ ਹੋਏ ਜਗ ਨੇ ਪਰਮੇਸ਼ਰ ਰੂਪੀ ਸੱਚੇ ਅਫਸਰ ਨੂੰ ਸੰਗ ਕਰਕੇ ਨਹੀਂ ਜਾਣਿਆ, ਨਿਕਟਵਰਤੀ ਨਹੀਂ ਪਛਾਣਿਆ ਹੈ। ਸਭਾਜ ਗੁਰੂ ਸਭ ਜਗਤ ਬੋਰਾਨਿਆ ਭਰਮ ਭੁਲਾਨਿਆ ਹੀ ਫਿਰਦਾ ਹੈ। ਗੁਰੂ ਘਰ ਅੰਦਰ ਗੁਰਮਤ ਗ੍ਰਹਿਣ ਕੀਤਿਆਂ ਹੀ ਇਹ ਸੱਚੀ ਸੂਝ-ਬੂਝ ਆਉਂਦੀ ਹੈ ਕਿ ਸੱਚਮੁੱਚ ਸਿਰ ਤੇ ਸਿਰਜਣਹਾਰ ਕਰਤਾਰ ਸਦਾ ਸੁਣਦਾ, ਵੇਖਦਾ, ਸਾਰਿਆਂ ਦੀ ਕਰਮ ਕਰਤੂਤਾਂ ਦਾ ਸ਼ਾਹਿਦੇ ਹਾਲ ਹੈ। ਸੰਸਾਰ ਉੱਤੇ ਜਿਤਨਾ ਵੀ ਕੂੜ ਕੁਸਤ, ਝੂਠ ਬੋਲਣ ਦਾ ਭਰਮਾਰਾ, ਬਦ ਕਿਰਦਾਰਾ ਹੈ, ਇਸੇ ਕਰਕੇ ਹੈ ਕਿ ਦਰਅਸਲ ਸੰਸਾਰ ਦਾ ਸਮੁੱਚਾ ਲੋਕ ਲੁਕਾਰਾ ਪਰਮੇਸ਼ਰ ਦੀ ਹਸਤੀਮਈ ਹੋਂਦ ਨਿਕਟੋਂਦ ਤੋਂ ਖੁਦ ਕੁਤਾਰਾ ਹੋਇਆ ਵਿਆਹ ਅੰਧ ਵਰਤਾਰੇ ਵਿੱਚ ਖੱਚਤ ਹੈ। ਮਾਇਆ ਦਾ ਮਿਥਨ ਮੁਹਾਰਾ ਵੀ ਇਸੇ ਮੂੜਤਾ ਦੇ ਕਾਰਨ ਹੈ ਕਿ ਸਭ ਖਲਕਾਰਾ ਨਾਸਤਕਤਾ ਮਈ ਅਗਿਆਨ ਦਾ ਮੁੱਠਾ ਗਮਰੁੱਠਾ ਹੋਇਆ ਹੈ। ਇਸ ਅਗਿਆਨਤਾ ਦੇ ਕਾਰਨ ਅਵਲ ਤਾਂ ਰੱਬ ਨੂੰ ਕੋਈ ਮੰਨਦਾ ਹੀ ਨਹੀਂ। ਜੇ ਮੰਨਦਾ ਹੈ ਤਾਂ ਉਸ ਨੂੰ ਨਿਕਟ ਪ੍ਰਗਟ ਅਤੇ ਘਟ ਅੰਤਰ ਪਛਾਨਣ ਦੇ ਥਾਂ ਬਾਹਰ ਭਾਲਣ, ਭਟਕਾਲਣ, ਢੂੰਡ ਢੁੰਡਾਲਣ ਵਿੱਚ ਹੀ ਬਿਰਥਾ ਭੱਜਾ ਫਿਰਦਾ ਹੈ। ਵਾਹਿਗੁਰੂ ਨੂੰ ਅੰਤਰ ਭਾਲਣ ਸੰਭਾਲਣ ਦਾ ਤਤ ਗਿਆਨ ਕੇਵਲ ਸਤਿਗੁਰੂ ਦੁਆਰਾ ਹੀ ਪ੍ਰਾਪਤ ਹੋ ਸਕਦਾ ਹੈ। ਜੋ ਬਾਜ ਗੁਰੂ ਸਭ ਲੋਈ
ਲੋਕ ਲੋਕੋਈ ਧੰਦੇ ਧੰਦੋਈ ਖਪਤ ਖਪਤੋਈ ਹੋਈ ਫਿਰਦੀ ਹੈ। ਜਿਨ੍ਹਾਂ ਗੁਰਮੁਖਾਂ ਦੇ ਮਸਤਕ ਲਲਾਟ ਮੱਥੇ ਸੱਚੇ ਸੁਹਾਗ ਦਾ ਸ਼ੁਭ ਲਖਣਾ ਭਾਗ ਲਿਖਿਆ ਹੁੰਦਾ ਹੈ, ਉਹਨਾਂ ਦੇ ਸਤਿਗੁਰੂ ਦੀ ਸੇਵਾ ਭਾਵਨਾ ਸਿਮਰਨ ਅਭਿਆਸ ਕਿਰਤ ਕਮਾਉਣ ਕਰਕੇ ਬੱਜਰ ਕਪਾਟ ਖੁੱਲ ਜਾਂਦੇ ਹਨ। ਬਸ ਕਪਾਟ ਖੁੱਲਿਆ ਹੀ ਅਕਾਲ ਪੁਰਖ ਦੀ ਨਿਕਟਤਾ ਅੰਤਰ ਬਾਹਰ ਮੌਜੂਦਤਾ ਲਖੀ ਜਾਂਦੀ ਹੈ। ਇਸ ਉਪਰਲੀ ਵਿਸਥਾਰ ਵਿਆਖਕਤਾ ਦੀ ਪ੍ਰੋੜਤਾ ਹੇਠ ਲਿਖਿਆ ਗੁਰਵਾਕ ਕਿਆ ਖੂਬ ਕਰਦਾ ਹੈ। ਯਥਾ ਗੁਰਵਾਕ ਨਿਕਟ ਬੁਝੈ ਸੋ ਬੁਰਾ ਕਿਉ ਕਰੈ, ਤਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕਟੇ ਅਰ ਭੇਦ ਨ ਪਾਇਆ, ਬਿਨ ਸਤਗੁਰ ਸਭ ਮੋਹੀ ਮਾਇਆ, ਨੇੜੈ ਨੇੜੈ ਸਭ ਕੋ ਕਹੈ, ਗੁਰਮੁਖ ਭੇਦ ਵਿਰਲਾ ਕੋ ਲਹਿ ਰਹਾਉ, ਨਿਕਟ ਨ ਦੇਖੈ ਪਰ ਗ੍ਰਹਿ ਜਾਏ, ਦਰਬ ਹਿਰੈ ਮਿਥਿਆ ਕਰ ਖਾਏ, ਪਈ ਠਗੋਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਪਰਮ ਭੁਲਾਨਿਆ, ਨਿਕਟ ਨ ਜਾਣੈ ਬੋਲੇ ਕੂੜ, ਮਾਇਆ ਮੋਹਿ ਮੁੱਠਾ ਹੈ ਮੂੜ, ਅੰਤਰ ਵਸਤ ਦਿਸੰਤਰ ਜਾਏ, ਬਾਜ ਗੁਰੂ ਹੈ ਪਰਮ ਭੁਲਾਏ, ਜਿਸ ਮਸਤਕ ਕਰਮ ਲਿਖਿਆ ਲਲਾਟ, ਸਤਗੁਰ ਸੇਵੇ ਖੁਲੇ ਕਪਾਟ, ਅੰਤਰ ਬਾਹਰ ਨਿਕਟੇ ਸੋਏ, ਜਨ ਨਾਨਕ ਆਵੇ ਨਾ ਜਾਵੇ ਕੋਏ। ਵਾਹਿਗੁਰੂ ਦੀ ਨਿਕਟਤਾ ਸਦਾ ਨੇੜੇ ਹੂੰ ਨੇਰਤਾ ਇਸ ਗੁਰਵਾਕ ਦੁਆਰਾ ਸਪਸ਼ਟ ਸਤ ਆਸ ਤਕਤਾ ਹੈ। ਨਿਗੁਰੇ ਨਿਗੋਸਾਏ ਨਾਮ ਹੀੜੇ ਨਕਟ ਪੰਥੀਆਂ ਨੂੰ ਨਾ ਹੀ ਇਸ ਨਿਕਟਤਾ ਦੀ ਸੂਝ-ਬੂਝ ਹੈ, ਨਾ ਹੀ ਅਕਾਲ ਪੁਰਖ ਦੀ ਹੋਣ ਤੇ ਨਿਸ਼ਚਾ ਹੈ। ਨਿਸ਼ਚੇ ਵਿਹੂਣ ਨਾਸਤਕਤਾ ਹੀ ਨਾਸਤਕਤਾ ਵਿਆਪ ਰਹੀ ਹੈ ਸਾਰੇ ਸੰਸਾਰ ਵਿਖੇ। ਅਕਾਲ ਪੁਰਖ ਨੂੰ ਸਦਾ ਹਜ਼ੂਰ ਨਿਕਟ ਨਿਕਟੂਰ ਨਾ ਜਾਣਨ ਬੁੱਝਣ ਦੇਖਣ ਕਰ ਹੀ ਨਾਸਤਕਤਾ ਗ੍ਰਸੇ ਸਾਕਤ ਪੁਰਸ਼ ਇੱਕ ਦੂਜੇ ਨਾਲ ਬੁਰਾਈ ਕਰ ਰਹੇ ਹਨ। ਏਕ ਸਿਉ ਲਿਵ ਲਾਵਣ ਹਾਰਿਆਂ ਨੇ ਹੀ ਇਹ ਭਰਮ ਰਿਦੰਤਰੋਂ ਚੁਕਾਇਆ ਹੈ, ਕਿਉਂਕਿ ਘਟ ਅੰਤਰ ਹੀ ਆਤਮ ਚੀਨਣ ਕਰ ਉਹਨਾਂ ਨੂੰ ਸਦਾ ਹਾਜ਼ਰ ਅਤੇ ਨਿਕਟ ਨਿਕਟਾਜ਼ਰ ਹੀ ਵਾਹਿਗੁਰੂ ਪ੍ਰੀਤਮ ਪ੍ਰਥਕ ਦ੍ਰਿਸ਼ਟ ਆਇਆ ਹੈ, ਅਤੇ ਦ੍ਰਿਸ਼ਟ ਆਵਣ ਕਰ ਤਿੰਨਾ ਸਗਲਾ ਭਰਮ ਚੁਕਾਇਆ ਹੈ। ਨਾਸਤਕਤਾ ਵਾਲੀ ਭ੍ਰਾਂਤੀ ਤਿੰਨਾਂ ਨੂੰ ਸੁਪਨੰਤਰ ਮਾਤਰ ਵੀ ਨਹੀਂ ਭਰਮਾਉਂਦੀ, ਤਾਂ ਤੇ ਉਹ ਪਰਪੰਚ ਪਸਾਰੇ ਦਾ ਮੋਹ ਮਮਤਾਰਾ ਛੱਡ ਕੇ ਸਦਾ ਸਹਿਜ ਆਨੰਦ ਘਰ ਅਸਥਿਤ ਅਡੋਲ ਵਸਦੇ ਰਸਦੇ ਹਨ। ਉਹ ਬੁਰਾ ਕਰਨ ਹਾਰੇ ਨਾਲ ਵੀ ਭਲਾ ਹੀ ਕਰਦੇ ਹਨ, ਤਿਨਾਂ ਨੂੰ ਬੁਰਾ ਕੋਈ ਪ੍ਰਤੀਤ ਹੁੰਦਾ ਹੀ ਨਹੀਂ, ਤੇ ਨਾ ਹੀ ਉਹ ਕਿਸੇ ਨੂੰ ਝੂਠਾ ਸਮਝ ਕੇ ਉਸ ਨਾਲ ਝਗੜਾ ਪਾਉਂਦੇ ਹਨ ਤੇ ਸਤ ਮਚਾਉਂਦੇ ਹਨ। ਸਤਿਗੁਰੂ ਨੂੰ ਮਿਲਣ ਕਰਕੇ ਤਿਨਾਂ ਨੂੰ ਨਵਨਿਧ ਨਾਮ ਦੀ ਐਸੀ ਪ੍ਰਾਪਤੀ ਹੋਏ ਆਈ ਹੁੰਦੀ ਹੈ ਕਿ ਅਹਨਿਸ ਨਾਮ ਨਾਲ ਹੀ ਤਿਨ ਕੀ ਲਿਵ ਲੱਗੀ ਰਹਿੰਦੀ ਹੈ। ਰਸ ਜੋਤ ਵਿਗਾਸ ਤੇ ਅੰਤਰੀਵੀ ਹੁਲਾਸ ਸੇਤੀ ਵਿਗਸੇ ਵਿਗਸਾਏ ਹੋਏ ਉਹ ਸਹਿਜ ਸੁਭਾਏ ਹੀ ਤਤ ਰਸ ਨਾਮ ਦਾ ਵਿਲੋਵਨਾ ਹੀ ਬਿਲੋਵੰਦੇ ਰਹਿੰਦੇ ਹਨ, ਜਿਸ ਤੇ ਪ੍ਰਤਾਪ ਕਰ ਵਾਹਿਗੁਰੂ ਦੀ ਹਾਜ਼ਰ ਹਜ਼ੂਰਤਾ ਤਿਨਾਂ ਨੂੰ ਖਿਨ ਹੀ ਬਣੀ ਬਣਾਤੀ ਰਹਿੰਦੀ ਹੈ। ਯਥਾ ਗੁਰਵਾਕ ਪਰਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨਾ ਕੋਈ, ਸਤਿਗੁਰ ਮਿਲੋ ਨਵੈ ਨਿਤ ਪਾਵੋ, ਇਨ ਬਿਦ ਤਤ ਬਿਲੋਈ, ਭਰਮ ਚੁਕਾਵੋ ਗੁਰਮੁਖ ਲਿਵ ਲਾਵੋ, ਆਤਮ ਚੀਨੋ ਪਾਈ, ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ। ਹਰ ਕੀਰਤਨ ਰਸ ਰੰਗ ਭੋਗਣ ਹਾਰਿਆਂ ਗੁਰਮੁਖ ਜਨਾਂ ਨੂੰ ਵਾਹਿਗੁਰੂ ਸਿਰਜਣਹਾਰ ਸਦਾ ਹੀ ਨਿਕਟ ਦਿਸਦਾ ਹੈ। ਇਸ ਕਰਕੇ ਉਹ ਪਾਪ ਕਰਨੋ ਤਿਨਾਂ ਐਸੇ ਆਸਤਕਾਂ ਆਨਿਨ ਭਗਤਾਂ ਦੇ ਸਭੇ ਹੀ ਕਾਰਜ ਕਰਨਹਾਰ ਕਰਤਾਰ ਸੰਭਾਰਦਾ ਸੰਵਾਰਦਾ ਹੈ, ਅਤੇ ਇੱਥੇ ਉੱਥੇ ਪਰਲੋਕ ਵਿਖੇ ਤਿਨਾਂ ਦੇ ਮੁਖ ਉਜਲਾਰਦਾ ਹੈ। ਯਥਾ ਗੁਰਵਾਕ ਹਰ ਕੀਰਤਨ ਰਸ ਭੋਗ ਰੰਗ, ਮਨ ਪਾਪ ਕਰ ਤੂੰ ਸਦਾ ਸੰਗ, ਨਿਕਟ ਪੇਗ ਪ੍ਰਭ ਕਰਨਹਾਰ, ਈਦ ਊਦ ਪ੍ਰਭ ਕਾਰਜ ਸਾਰ। ਬਸੰਤ ਮਹੱਲਾ ਪੰਜਵਾਂ। ਜਿਹੜੇ ਸਾਕਤ ਪੁਰਸ਼ ਅੱਖੀਆਂ ਹੁੰਦਿਆਂ ਰਸਨਾ ਹੁੰਦਿਆਂ ਕੰਨਾਂ ਹੁੰਦਿਆਂ ਅੰਨੇ ਗੁੰਗੇ ਬੋਲੇ ਹਨ, ਐਸੇ ਨਾਸਕਾਂ ਨੂੰ ਨਿਕਟ ਨੇੜੇ ਵਸਦਾ ਵਾਹਿਗੁਰੂ ਦੂਰ ਹੀ ਪ੍ਰਤੀਤ ਹੁੰਦਾ ਹੈ, ਤਾਂ ਤੇ ਇਹ ਉਸ ਵਾਹਿਗੁਰੂ ਦੀ ਨਿਕਟਤਾ ਦੀ ਪ੍ਰਤੀਤ ਵਿਹੂਣੇ ਪਾਪੀ ਹੀ ਪਾਪ ਕਮਾਉਂਦੇ ਹਨ। ਯਥਾ ਗੁਰਵਾਕ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ, ਨਿਕਟ ਵਸਤ ਕੋ ਜਾਣੈ ਦੂਰੇ, ਪਾਪੀ ਪਾਪ ਕਮਾਹੀ। ਸੂਹੀ ਮਹੱਲਾ ਪੰਜਵਾਂ। ਮਨਮੁਖਾਂ ਸਾਕਤਾਂ ਦੁਹੇਲਿਆਂ ਨਾਸਤਕਾਂ ਨੂੰ ਨਿਕਟ ਵਸਦਾ ਵਾਹਿਗੁਰੂ ਦਿਖਦਾ ਹੀ ਨਹੀਂ,
ਉਹ ਤਾਂ ਸਦਾ ਹੀ ਨਿਕਟ ਵਸਦਾ ਹੈ ਅਤੇ ਸਭ ਦੇ ਮੰਦੇ ਚੰਗੇ ਕਰਮਾਂ ਨੂੰ ਦੇਖਦਾ ਹੈ। ਪਰ ਇਸ ਸਤਤਾ ਸੱਚਾਈ ਨੂੰ ਵਿਰਲੇ ਗੁਰਮੁਖ ਹੀ ਬੁੱਝਦੇ ਹਨ। ਸੱਚੀ ਭੈ ਭਾਵਨੀ ਤਿਨਾਂ ਨੂੰ ਹੀ ਉਪਜਦੀ ਹੈ ਅਤੇ ਭੈ ਭਾਵਨੀ ਪਏ ਬਿਨਾ ਭਗਤੀ ਨਹੀਂ ਹੁੰਦੀ, ਹੋ ਹੀ ਨਹੀਂ ਸਕਦੀ। ਗੁਰਮੰਤਰ ਗੁਰਦੀਖਿਆ ਨੂੰ ਪ੍ਰਾਪਤ ਕੀਤਿਆਂ ਹੀ, ਨਾਮ ਸ਼ਬਦ ਵਿੱਚ ਰਤਿਆਂ ਹੀ ਸੱਚੀ ਭਗਤੀ ਹੁੰਦੀ ਹੈ। ਇਹੀ ਸੱਚੀ ਆਸਤਕਤਾ ਹੈ ਅਤੇ ਇਸੇ ਵਿੱਚ ਹੀ ਸੱਚਾ ਸੁਖ ਹੈ। ਤਾਂ ਤੇ ਸੱਚਾ ਗਿਆਨ ਪਦਾਰਥ ਨਾਮ ਹੀ ਹੈ, ਜਿਸ ਦੇ ਅਭਿਆਸ ਪ੍ਰਤਾਪ ਕਰ ਸੱਚੇ ਅਕਾਲ ਪੁਰਖ ਦੇ ਨਿਕਟ ਜਾਣਨ ਪਛਾਣਨ ਵਾਲਾ ਸੱਚਾ ਗਿਆਨ ਪ੍ਰਾਪਤ ਹੁੰਦਾ ਹੈ। ਇਸ ਸੱਚੇ ਗਿਆਨ ਨੂੰ ਗੁਰਮੁਖ ਜਨ ਹੀ ਪਾਉਂਦੇ ਹਨ ਅਤੇ ਰਸ ਰਸਾ ਕੇ ਅੰਤਰ ਆਤਮੇ ਹੰਡਾਉਂਦੇ ਹਨ, ਰੰਗ ਰਲੀਆਂ ਮਾਣਦੇ ਹਨ। ਇਸ ਅੰਤਰ ਰਸ ਰਸੇ ਰੋਮ ਰੋਮ ਤਸੇ ਅਸਲ ਸੱਚੇ ਸੁੱਚੇ ਗਿਆਨ ਬਿਨਾ ਹੋਰ ਕਥਨੀ ਬਦਨੀ ਵਾਲੇ ਗਿਆਨ ਸਭ ਕੂੜਾਵੇ ਗਿਆਨ ਹਨ। ਇਹ ਕੂੜਾਵੇ ਗਿਆਨ ਕਥ ਕਥ ਸਭ ਕੋਈ ਵਫਾਉਂਦਾ ਅਰਫਾਉਂਦਾ ਹੈ ਅਤੇ ਕਥ ਕਥ ਕੇ ਬਾਅਦ ਰੁਆਉਂਦਾ ਹੈ, ਦੁੱਖ ਪਾਉਂਦਾ ਹੈ। ਇਸ ਫੋਕਟ ਕਥਨੀ ਕਹਾਣੀ ਤੇ ਕੋਈ ਕਾਇਮ ਵੀ ਨਹੀਂ ਰਹਿੰਦਾ। ਤਾਂ ਤੇ ਇਹ ਕਥਨੀ ਕਹਿਣੀ ਉਹਨਾਂ ਦੀ ਐਵੇਂ ਬਾਦ ਹੀ ਜਾਂਦੀ ਹੈ, ਰੰਚਕ ਵੀ ਫਲਦਾਇਕ ਨਹੀਂ ਹੁੰਦੀ। ਨਾਮ ਰਸ ਰਤਿਆਂ ਨੂੰ ਹੀ ਸੱਚਾ ਮੁਕਤ ਫਲ ਮਿਲਦਾ ਹੈ, ਕਿਉਂਕਿ ਸੱਚਾ ਗਿਆਨ ਤਿਨਾਂ ਨੂੰ ਹੀ ਪ੍ਰਾਪਤ ਹੁੰਦਾ ਹੈ। ਨਾਮ ਰਸ ਲੀਨ ਹੋਣਾ ਹੀ ਸੱਚਾ ਗਿਆਨ ਹੈ, ਇਹੀ ਸੱਚਾ ਧਿਆਨ ਹੈ। ਪਰੰਤੂ ਇਹ ਸੱਚਾ ਗਿਆਨ ਧਿਆਨ ਗੁਰੂ ਘਰ ਵਿਖੇ ਪ੍ਰਾਪਤ ਹੁੰਦਾ ਹੈ, ਹੋਰ ਕਿਤੋਂ ਵੀ ਨਹੀਂ। ਗੁਰੂ ਨਾਨਕ ਦੇ ਦੁਆਰਿਓਂ ਹੀ ਮਿਲਦਾ ਹੈ। ਗੁਰੂ ਦੁਆਰਿਓਂ ਵਰੋਸਾਏ ਹੋਏ ਗੁਰੂ ਘਰ ਦੇ ਗੁਰਮੁਖ ਜਨਾਂ ਦੇ ਹਿਰਦੰਤਰ ਸੱਚਾ ਵਾਹਿਗੁਰੂ ਪਰਥਕ ਵਸਦਾ ਪ੍ਰਗਟ ਪਹਾਰੇ ਇਹਨਾਂ ਨੂੰ ਨਦਰੀ ਆਉਂਦਾ ਹੈ, ਕਿਉਂਕਿ ਅਜਿਹੇ ਗੁਰਮੁਖ ਜਨਾਂ ਦੀ ਨਿਰੀ ਕਥਨਾ ਕਥਨੀ ਨਹੀਂ ਹੁੰਦੀ। ਸੱਚੀ ਨਾਮ ਕਮਾਈ ਕਰਨ ਕਰਕੇ ਸੱਚੀ ਜੋਤ ਜੋਤੀਸਰ ਦੀ ਉਹਨਾਂ ਦੇ ਅੰਦਰ ਆ ਉਤਰਦੀ ਹੈ ਅਤੇ ਉਤਰ ਕੇ ਅੰਦਰ ਹੀ ਸਮਾਏ ਰਹਿੰਦੀ ਹੈ। ਐਸੀ ਅੰਤਰ ਜੋਤ ਸਮਾਏ ਰਹਿਣੀ ਰਹਿਤ ਵਾਲੇ ਗੁਰਮੁਖ ਜਨ ਸਦਾ ਅੰਤਰਮੁਖ ਰਹਿ ਸਾਵੰਦੇ ਹਨ। ਐਸੀ ਰਹਿਤ ਰਹਿਣੀ ਮਨਮੁਖਾਂ ਦੀ ਨਹੀਂ ਹੁੰਦੀ, ਤਿਨਾਂ ਦੀ ਤਾਂ ਮਹਿਜ਼ ਕਥਨੀ ਹੀ ਕਥਨੀ ਹੈ। ਰਹਿਤ ਰਹਸਨੀ ਬਿਹੂਣ ਫੋਕਟ ਕਥਨੀ ਚੁੰਚ ਗਿਆਨ ਕਿਸੇ ਵੀ ਲੇਖੇ ਨਹੀਂ। ਨਾਮ ਤੋਂ ਭੁੱਲਿਆਂ ਭਟਕਿਆਂ ਦਾ ਕਿਤੇ ਵੀ ਠੌਰ ਠਿਕਾਣਾ ਨਹੀਂ ਅਤੇ ਕਿਤੇ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਉਹਨਾਂ ਨੂੰ ਗੁਰਮੁਖ ਗਿਆਨ ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ, ਤਾਂ ਤੇ ਉਹ ਢੋਰ ਤੇ ਢੋਰ ਨਾਸਤਕ ਨਿਕੋਰ ਹੀ ਰਹਿੰਦੇ ਹਨ। ਨਾਸਤਕ ਮਨਮੁਖਾਂ ਦਾ ਮਨ ਸਦਾ ਮਾਇਆ ਰੂਪੀ ਭਵਜਲ ਵਿੱਚ ਹੀ ਗੋਤੇ ਖਾਂਦਾ ਰਹਿੰਦਾ ਹੈ ਅਤੇ ਮਮਤਾ ਰੂਪੀ ਜਾਲ ਨਾਲ ਬੰਧਿਆ ਹੋਇਆ ਬਿਖ ਹੀ ਵਿਹਾਜਦਾ ਹੈ। ਬਿਖ ਹੀ ਅਖਾਜ ਖਾਜਦਾ ਰਹਿੰਦਾ ਹੈ ਅਤੇ ਸਾਰਿਆਂ ਅੰਦਰ ਬਿਖ ਮਾਇਆ ਹੀ ਵਿਆਪੀ ਹੋਈ ਦੇਖਦਾ ਹੈ ਅਤੇ ਉਸ ਨੂੰ ਅਕਾਲ ਪੁਰਖ ਦਿਸਦਾ ਹੀ ਨਹੀਂ। ਸਦਾ ਕਾਲ ਦੇ ਚੱਕਰ ਵਿੱਚ ਹੀ ਭੌਂਦਾ ਫਿਰਦਾ ਹੈ। ਜਿਤਨੀ ਵੀ ਆਵਣ ਜਾਵਣੀ ਮੇਦਨੀ ਹੈ, ਸੋ ਸਭ ਕਾਲ ਅੰਦਰ ਗ੍ਰਸੀ ਹੋਈ ਹੈ। ਗੁਰਮੁਖ ਬਣ ਕੇ ਨਾਮ ਨੂੰ ਹਿਰਦੇ ਅੰਦਰ ਸੰਭਾਲ ਕੇ ਹੀ ਇਹ ਕਾਲ ਚੱਕਰ ਕੱਟਿਆ ਜਾਂਦਾ ਹੈ। ਨਾਮ ਕਮਾਈ ਕੀਤਿਆਂ ਹੀ ਮੁੱਧਾ ਪਿਆ ਹੋਇਆ ਕੰਵਲ ਸਿੱਧਾ ਹੁੰਦਾ ਹੈ। ਫਿਰ ਹੀ ਇਸ ਬਿਧ ਹੀ ਆਤਮ ਉਦੋਤੀਏ ਪਰਮਾਤਮ ਜੋਤ ਜੋਤੀਏ ਕੰਵਲ ਖੁੱਲਦੇ ਹਨ ਅਤੇ ਇੱਕ ਇਹੋ ਕਾਰਜ ਰਾਸ ਆਇਆ ਸਾਰੇ ਕਾਰਜ ਰਾਸ ਹੁੰਦੇ ਹਨ। ਤਾਂ ਤੇ ਸੱਚਾ ਗਿਆਨੀ ਉਹੀ ਹੈ ਜਿਸ ਨੇ ਗੁਰਮਤਿ ਨਾਮ ਰੂਪੀ ਸ਼ਬਦ ਵਿਖੇ ਲਿਵ ਲਾਈ ਹੈ ਅਤੇ ਇਸ ਲਿਵ ਪ੍ਰਤਾਪ ਕਰ ਸੱਚੀ ਅਕਾਲ ਜੋਤ ਦ੍ਰਿਸ਼ਟ ਦ੍ਰਿਸ਼ਟਾਈ ਹੈ। ਮਨਮੁਖਾਂ ਅਗਿਆਨੀ ਅੰਧਲਿਆਂ ਨੇ ਤਾਂ ਐਵੇਂ ਝੂਠੀ ਗਿਆਨ ਪ੍ਰਾਪਤੀ ਦਾ ਕੂੜ ਬੋਲ ਬੋਲ ਆਪਣੀ ਪਤ ਹੀ ਗਵਾਈ ਹੈ। ਸੱਚੀ ਗਿਆਨ ਰਹਿਣੀ ਰਹਿਣ ਵਾਲਿਆਂ ਗੁਰਮੁਖਾਂ ਤੋਂ ਕਰਤੇ ਪੁਰਖ ਨੇ ਆਪ ਟੁੱਟ ਕੇ ਸੱਚੀ ਭਗਤ ਕਮਾਈ ਕਰਾਈ ਹੈ ਅਤੇ ਸੱਚੀ ਵਡਿਆਈ ਆਪਣੇ ਅਜਿਹੇ ਗੁਰਮੁਖ ਭਗਤਾਂ ਜਨਾਂ ਨੂੰ ਦਿਵਾਈ ਹੈ ਜਿਨ੍ਹਾਂ ਦੇ ਅੰਦਰ ਸੱਚੀ ਜਗਮਗ ਜੋਤ ਜਗਾਈ ਹੈ। ਇਸ ਜੋਤੀ ਤੋਂ ਸਖਣੇ ਮਨਮੁਖਾਂ ਅੰਧਲੇ ਅਗਿਆਨੀ ਸਾਖਤਾਂ ਨਾਸਤਕਾਂ ਦੀ ਦ੍ਰਿਸ਼ਟੀ ਅੰਦਰੋਂ ਨਾਸਤਕਤਾਈ
ਅਗਿਆਨਤਾਮਈ ਕਾਲੀ ਬੋਲੀ ਅੰਧਿਆਰੀ ਰਾਤ ਹੀ ਪਈ ਹੋਈ ਹੈ ਅਤੇ ਪਈ ਰਹਿੰਦੀ ਹੈ। ਨਾਮ ਕਮਾਈ ਦੁਆਰਾ ਘਟ ਪ੍ਰਗਟਾਈ ਜੋਤੀ ਤੇ ਚਾਨਣ ਦੁਆਰਾ ਹੀ ਸੱਚੀ ਆਸਤਕਤਾ ਦਾ ਉਜਾਰਾ ਹੁੰਦਾ ਹੈ। ਤਾਂ ਤੇ ਨਾਮ ਬਿਨਾ ਝੂਠੇ ਅਗਿਆਨੀ ਅੰਧਲੇ ਨਾਸਤਕਾਂ ਅੰਦਰ ਨਾਸਤਕਤਾ ਦੀ ਕੁਚੀਲਤਾ ਮਈ ਕਛੂਤ ਹੀ ਵਿਆਪੀ ਰਹਿੰਦੀ ਹੈ। ਜੋਤ ਨਾਮ ਰੂਪੀ ਸੱਚਾ ਗਿਆਨ ਵੇਦ ਪੁਕਾਰਿਆਂ, ਅੰਤਰ ਉਰਤਾਰਿਆਂ, ਰਸਨੰਦਰ ਉਚਾਰਿਆਂ, ਅੰਤਰ ਆਤਮੇ ਅਨਹਦ ਸ਼ਬਦ ਉਦੋਤੀ, ਸੱਚੀ ਭਗਤ ਧੁਨ ਸਰੋਤੀ ਸਰਵਣੋਤ ਹੁੰਦੀ ਹੈ। ਜਿਸ ਨੂੰ ਸੁਣ ਸੁਣ ਅਕਾਲ ਪੁਰਖ ਦੀ ਤਤ ਹੋਂਦਮਈ ਆਸਤਕਤਾ ਦੀ ਪ੍ਰਤੀਤ ਆਉਂਦੀ ਹੈ ਅਤੇ ਜੋਤੀਸ਼ ਵਾਹਿਗੁਰੂ ਜੀ ਜੋਤ ਜਗੋਤੀ ਪਰਤਕ ਨਜ਼ਰ ਆਉਂਦੀ ਹੈ, ਤਾਂ ਤੇ ਨਾਮ ਦ੍ਰਿੜ ਹੋਣਾ ਹੀ ਗੁਰਮੁਖਾਂ ਦਾ ਸੱਚਾ ਸ਼ਾਸਤਰ ਸਿਮਰਤ ਵੇਦ ਹੈ। ਇਸ ਦੇ ਪ੍ਰਤਾਪ ਕਰ ਸੱਚੀ ਸ਼ਾਂਤ ਅਤੇ ਸੀਤਲਤਾ ਅੰਦਰ ਵਰਤ ਜਾਣੀ ਇਹ ਕਰਮਾ ਸਿਰ ਉੱਤਮ ਕਰਮ ਹੈ, ਸਭ ਤੋਂ ਸ਼੍ਰੇਸ਼ਟ। ਨਾਮਹੀਣੇ ਮਨਮੁਖ ਸਦਾ ਨਾਸਤਕ ਹੀ ਰਹਿੰਦੇ ਹਨ ਅਤੇ ਇਸ ਨਾਸਤਕਤਾ ਦੇ ਕਾਰਨ ਲੱਖ 84 ਜੂਨਾਂ ਵਿੱਚ ਹੀ ਭਰਮ ਦੁੱਖ ਹੀ ਦੁੱਖ ਸਹਿੰਦੇ ਰਹਿੰਦੇ ਹਨ। ਇਹ ਲੱਖ 84 ਜੂਨਾਂ ਵਿੱਚ ਪਾਉਣ ਵਾਲੇ ਆਵਾਗਵਨੀ ਬੰਧਨ ਨਾਮ ਅੰਦਰ ਵਸਾਇਆ ਹੀ ਟੁੱਟਦੇ ਹਨ। ਨਾਮ ਨਿਧ ਆਸਨ ਕੀਤਿਆਂ ਹੀ ਅਕਾਲ ਪੁਰਖ ਦੀ ਸੱਚੀ ਪੂਜਾ ਪ੍ਰਤਿਸ਼ਠਾ ਬਣ ਆਉਂਦੀ ਹੈ ਅਤੇ ਸੱਚੀ ਆਸਤਕਤਾ ਵਾਲੀ ਪ੍ਰਤਿਸ਼ਠਤਾ ਬਜਦੀ ਹੈ। ਨਾਮ ਦੀ ਉੱਚ ਕਮਾਈ ਕਰਨ ਕਰ ਗੁਰਮੁਖ ਨਾਮ ਅਭਿਆਸੀ ਨੂੰ ਜਿੱਤੇ ਕਿਤੇ ਅੰਤਰ ਬਾਹਰ ਆਕਾਸ਼ਾਂ ਪਹਾੜਾਂ ਵਿਖੇ ਇੱਕੋ ਅਕਾਲ ਪੁਰਖ ਹੀ ਪਰਿਪੂਰਨ ਸਮਾਇਆ ਪਰਥਕ ਨਜ਼ਰੀ ਆਵੰਦਾ ਹੈ। ਐਸੀ ਪਰਥਕ ਦੇਖਣੀ ਦੇਖ ਕੇ ਹੀ ਅਤੇ ਅੰਤਰ ਵਿਸੇਕ ਕੇ ਹੀ ਇਹ ਕਹਿਣਾ ਬਣਦਾ ਹੈ ਕਿ ਅਕਾਲ ਪੁਰਖ ਹੈ। ਐਵੇਂ ਅਖੌਤੀ ਆਖਣ ਭਾਖਣ ਵਿੱਚ ਕੋਈ ਸਵਾਦ ਨਹੀਂ। ਇਹ ਉਪਰਲਾ ਵਿਚਾਰ ਇਸ ਅਗਲੇ ਵਾਕ ਦੀ ਢੁਕਵੀਂ ਵਿਆਖਿਆ ਹੈ। ਯਥਾ ਗੁਰਵਾਕ ਨਿਕਟ ਵਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਵਿਣ ਪੈ ਪਇਐ ਭਗਤ ਨਾ ਹੋਈ, ਸ਼ਬਦ ਰਤੇ ਸਦਾ ਸੁਖ ਹੋਈ। ਐਸਾ ਗਿਆਨ ਪਦਾਰਥ ਨਾਮ, ਗੁਰਮੁਖ ਪਾਵਸ ਰਸ ਰਸ ਮਾਨ ਰਹਾਓ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ। ਕਥ ਕਹਿਣੈ ਤੇ ਰਹਿ ਨ ਕੋਈ, ਬਿਨ ਰਸ ਰਾਤੇ ਮੁਕਤ ਨਾ ਹੋਈ। ਗਿਆਨ ਧਿਆਨ ਸਭ ਗੁਰ ਤੇ ਹੋਈ, ਸਾਚੀ ਰਹਿਤ ਸਚਾ ਮਨ ਸੋਈ। ਮਨ ਮੁਕਥਨੀ ਹੈ ਪਰ ਰਹਿਤ ਨਾ ਹੋਈ, ਨਾ ਉਹ ਭੁੱਲੇ ਥਾਉ ਨ ਕੋਈ। ਮਨ ਮਾਇਆ ਬੰਦਿਓ ਸਰਜਾਲ, ਘਟ ਘਟ ਵਿਆਪ ਰਹਿਓ ਬਿਖ ਨਾਲ। ਜੋ ਆਂਜੈ ਸੋ ਦੀਸੈ ਕਾਲ, ਕਾਰਜ ਸੀਧੋ ਹਿਰਦੈ ਸਮਾਲ। ਸੋ ਗਿਆਨੀ ਜਨ ਸ਼ਬਦ ਲਿਵ ਲਾਈ, ਮਨਮੁਖ ਹੋਮੈ ਬਤ ਗਵਾਈ। ਆਪੇ ਕਰਤੈ ਭਗਤ ਕਰਾਈ, ਗੁਰਮੁਖ ਆਪੇ ਦੇ ਵਡਿਆਈ। ਰਹਿਣ ਅੰਧਾਰੀ ਨਿਰਮਲ ਜੋਤ, ਨਾਮ ਬਿਨਾ ਝੂਟੇ ਕੁਚਲ ਕੁਛੋਤ। ਵੇਦ ਪੁਕਾਰੈ ਭਗਤ ਸਰੋਤ, ਸੁਣ ਸੁਣ ਮਾਨੈ ਵੇਖੈ ਜੋਤ। ਸ਼ਾਸਤਰ ਸਿਮਰਤ ਨਾਮ ਦ੍ਰਿਣਾਮੰ, ਗੁਰਮੁਖ ਸ਼ਾਂਤ ਉਤਮਾ ਕਰਮੰ। ਮਨਮੁਖ ਜੋਨੀ ਦੂਖ ਸਹਾਮੰ, ਬੰਧਨ ਟੂਟੇ ਇਕ ਨਾਮ ਵਸਾਮੰ। ਬੰਨੇ ਨਾਮ ਸਚੀ ਪਤ ਪੂਜਾ, ਕਿਸ ਵੇਖਾ ਨਾਹੀ ਕੋ ਦੂਜਾ। ਦੇਖ ਕਹੋ ਪਾਵੈ ਮਨ ਸੋਏ, ਨਾਨਕ ਕਹੈ ਅਵਰ ਨਹੀਂ ਕੋਏ। ਆਮ ਅਲਪਗ ਇਨਸਾਨ ਵਾਹਿਗੁਰੂ ਭਗਵਾਨ ਦੀ ਗਤਮਿਤ ਨਹੀਂ ਜਾਣ ਸਕਦੇ। ਉਹ ਅਲਪਗ ਇਨਸਾਨੀ ਅਕਲ ਦੀ ਗਤਮਿਤ ਮਿਣਨੀ ਸ਼ਕਤੀਓਂ ਬਾਹਰਾ ਅਵਿਗਤ ਹੈ। ਗਿਣਤੀ ਮਿਣਤੀ ਵਾਲੀ ਸਾਇੰਟਿਫਿਕ ਬੁੱਧੀਓਂ ਅਬੁੱਧ ਹੈ, ਅਗਿਣਤ ਹੈ। ਉਸ ਦੀ ਥਾ ਕਿਸੇ ਨੂੰ ਨਹੀਂ ਆ ਸਕਦੀ। ਉਹ ਅਥਾਹ ਹੈ, ਪਰ ਇਹ ਨਹੀਂ ਕਹਿ ਸਕਦੇ ਕਿ ਉਹ ਹੈ ਹੀ ਨਹੀਂ। ਉਹ ਸਗਲਿਆਂ ਜੀਵਾਂ ਜਨਤਾ ਮੰਝਾਰ ਵੀ ਹੈ, ਬਾਹਰ ਵਾਹਰ ਵੀ ਹੈ, ਸਭ ਦਾ ਦਾਤਾਰ ਹੈ। ਅਣਮੰਗਿਆ ਦਾਨ ਦਿੰਦਾ ਹੈ। ਸਭ ਜੀਵਾਂ ਜੰਤ ਉਸਦੇ ਮੰਗਤੇ ਜਾਚਕ ਹਨ। ਜਾਚਕਾਂ ਮੰਗਤ ਜਨਾਂ ਨੂੰ ਮੰਗਿਆ ਦਾਨ ਵੀ ਦਿੰਦਾ ਹੈ। ਜਾਚਨਾ ਅਰਦਾਸ ਸਭ ਦੀ ਸੁਣਦਾ ਹੈ। ਇਸ ਕਰਕੇ ਨੇਰੇ ਹੂੰ ਤੋਂ ਨੇਰੇ ਹੈ, ਦੂਰ ਨਹੀਂ, ਸਭ ਦੇ ਸੰਗ ਵਸਦਾ ਹੈ। ਦ੍ਰਿਸ਼ਟੇ ਜਨਾਂ ਨੂੰ ਜ਼ਾਹਰਾ ਦ੍ਰਿਸ਼ਟੀ ਆਉਂਦਾ ਹੈ। ਆਪਣੇ ਭਗਤਾਂ ਦੇ ਵਸਗਤ ਹੋ ਕੇ ਉਹਨਾਂ ਨੂੰ ਗਲਵਕੜੀ ਪਾ ਕੇ ਆ ਮਿਲਦਾ ਹੈ। ਘਟ ਅੰਤਰ ਹੀ ਪ੍ਰਗਟ ਪ੍ਰਜਵਲਤ ਹੋ ਕੇ ਸੱਚੀ ਮੇਲ ਮਿਲਾਉਣੀ ਮਿਲਦਾ ਹੈ। ਐਸੇ ਟੁੱਟ ਕੇ ਮਿਲਣ ਹਾਰ ਪ੍ਰੀਤਮ ਵਾਹਿਗੁਰੂ ਦੀ ਮਹਿਮਾ ਮਿਣੀ ਜਾ ਸਕੇ ਤਾਂ ਕਿਸ ਬਿਦ ਮਿਣੀ ਜਾਵੇ। ਜਨਾਂ ਉਪਰ ਉਹ ਐਸੀ ਕਿਰਪਾ ਕਰ, ਤਰੁੱਟਦਾ ਵਰਦਾ ਹੈ,
ਤਿਨਾਂ ਭਗਤਾਂ ਸੰਤਾਂ ਸਾਧਾਂ ਦੇ ਚਰਨਾਂ ਤੇ ਸੀਸ ਧਰੀ ਰੱਖੀਏ। ਇਹੋ ਦਾਨ ਮਾਨ ਗੁਰੂ ਘਰੋਂ, ਗੁਰੂ ਦੁਆਰਿਓਂ, ਗੁਰੂ ਨਾਨਕ ਦੇ ਧਰੋਂ ਸਦਾ ਜਾਚੀਏ ਬਾਛੀਏ। ਇਉਂ ਵਾਹਿਗੁਰੂ ਦੀ ਪ੍ਰਤੱਖ ਹੋਂਦ ਹਸਤੀ ਦਾ ਨਜ਼ਾਰਾ ਆਪਣੀ ਅੱਖੀ ਪੇਖੀ ਵਿਸੀਖੀਦਾ ਹੈ, ਜੈਸਾ ਕਿ ਇਹ ਗੁਰਵਾਕ ਸਾਖਾ ਭਰਦਾ ਹੈ। ਅਵਿਗਤ ਅਗਣਤ ਅਥਾ ਠਾਕੁਰ ਸਗਲ ਮੰਜੇ ਬਾਹਰਾ, ਸਰਬ ਜਾਚਕ ਏਕ ਦਾਤਾ ਨਹਿ ਦੂਰ ਸੰਗੀ ਜਾਹਰਾ। ਵਸ ਭਗਤ ਥੀਆ ਮਿਲੇ ਜੀਆ ਤਾਕੀ ਉਪਮਾ ਕਿਤ ਗਨੀ, ਇਹ ਉਦਾਨ ਮਾਨ ਨਾਨਕ ਪਾਏ ਸੀਸ ਸਾਧਾ ਧਰ ਚਰਨੀ। ਆਸਾ ਮਹੱਲਾ ਪਹਿਲਾ। ਜਿਨ੍ਹਾਂ ਨੂੰ ਗੁਰੂ ਨਾਨਕ ਦੇ ਦਰ ਘਰ ਤੋਂ ਸੱਚੇ ਨਾਮ ਮੰਤਰ ਦੀ ਵਡਾਈ ਮਿਲੀ ਹੈ, ਤਿਨਾਂ ਦੀ ਗਹਿਣਗਤ ਕੁਛ ਨਹੀਂ ਕਹੀ ਜਾ ਸਕਦੀ। ਐਸੇ ਸੰਤ ਜਨ ਨਾਮ ਜਪ ਜਪ ਤ੍ਰਿਪਤ ਅਗਾਏ ਰਹਿੰਦੇ ਹਨ। ਨਾਮ ਅਭਿਆਸ ਦੀ ਗੁਰਮਤ ਦਰਸਾਈ ਕਮਾਈ ਕਰ ਤਿਨਾਂ ਨੂੰ ਨਾਮ ਲਾਲ ਅਮੋਲਾ ਲਾਲ ਹੋ ਕੇ ਅੰਤਰ ਹੀ ਪੁਕਰਿਆ ਰਸ ਜੋ ਤਕਰਿਆ ਹੈ। ਇਸ ਜੋਤ ਜੋ ਤਕਰੀ ਜਗਨਤਾ ਦੀ ਦਸ਼ਾ ਅੰਦਰ ਨਾਮ ਸਚਮੁੱਚ ਅਗਾਹ ਅਤੋਲਾ ਹੈ। ਨਾਮ ਦੀ ਇਸ ਅਗਾਹ ਅਤੋਲਤਾ ਵਾਲੀ ਪ੍ਰਕਾਸ਼ ਪ੍ਰਜਵਲਤਾ ਵਿੱਚ ਤ੍ਰਿਬੁੱਧ ਹੋ ਕੇ ਹੀ ਨਾਮੀ ਵਾਹਿਗੁਰੂ ਅਕਾਲ ਪੁਰਖ ਦੀ ਅਗਾਧਤਾ ਅਤੋਲਤਾ ਦਾ ਕਿੰਚਤ ਮਾਤਰ ਅੰਦਾਜ਼ਾ ਲੱਗ ਸਕਦਾ ਹੈ ਅਤੇ ਪਤਾ ਲੱਗਦਾ ਹੈ ਕਿ ਸੱਚਮੁੱਚ ਉਹ ਅਵਿਗਤ ਹੈ। ਇਸ ਅਵਿਗਤ ਦਾ ਤਤ ਗਿਆਨ ਗੁਰਮੁਖ ਜਨਾਂ ਨਾਮ ਅਭਿਆਸੀਆਂ ਨੂੰ ਹਸਤਾਮਲ ਵਤ ਪ੍ਰਗਟ ਹੋਇਆ ਆਵੰਦਾ ਹੈ। ਜਿਨ੍ਹਾਂ ਸੰਤ ਜਨਾਂ ਗੁਰਮੁਖਾਂ ਦਾ ਇਸ ਬਿਦ ਅਵਿਗਤ ਸਿਉ ਮਨ ਮਾਨਿਆ ਹੈ, ਉਹ ਸਾਰੇ ਹੀ ਪਰਿਪੂਰਨ ਪਾਰਬ੍ਰਹਮ ਅਗਮ ਨੂੰ ਆਪਣੇ ਧਿਆਨ ਅੰਦਰ ਹੀ ਪਰਥਕ ਦੇਖਦੇ ਹਨ ਅਤੇ ਪੇਖ ਵਿਗਸਦੇ ਵਿਗਸਾਉਂਦੇ ਹਨ। ਐਸੀ ਉੱਚ ਪਦਵੀ ਨੂੰ ਪਾਈ ਕੇ ਵੀ ਸੰਕਲਪ ਮਾਤਰ ਵੀ ਉਹਨਾਂ ਨੂੰ ਇਹ ਫੁਰਨਾ ਨਹੀਂ ਫੁਰਦਾ, ਸੂਖਸ਼ਮ ਤੋਂ ਸੂਖਸ਼ਮ ਅਭਿਮਾਨ ਅਹੰਕਾਰ ਦਾ, ਕਿ ਪਰਮੇਸ਼ਰ ਉਹਨਾਂ ਨੇ ਪਾ ਲਿਆ ਹੈ। ਇਸ ਪਰਮ ਪਦ ਨੂੰ ਪਾਈ ਕੇ ਤਿਨਾਂ ਦਾ ਇਸ ਜਾਮੇ ਅੰਦਰ ਹੀ ਨੇਚਲ ਥਾਨ ਵਿੱਚ ਵਾਸਾ ਹੋ ਜਾਂਦਾ ਹੈ। ਇਹੋ ਨੇਚਲ ਠਾਣੇ ਠਿਕਾਣੇ ਵਾਲਾ ਮਹਿਲ ਪਛਾਣਨਾ ਗੁਰੂ ਕੇਵਲ ਗੁਰੂ ਦੇ ਪ੍ਰਤਾਪ ਕਰਕੇ ਹੀ ਹੋ ਸਕਦਾ ਹੈ। ਇਸ ਮਹਿਲ ਅੰਦਰ ਗੁਰੂ ਅਤੇ ਵਾਹਿਗੁਰੂ ਅਕਾਲ ਪੁਰਖ ਦੋਹਾਂ ਨਾਲ ਹੀ ਮੇਲ ਹੋਏ ਰਹਿੰਦਾ ਹੈ। ਮੇਲ ਵੀ ਸਚੜਾ ਮੇਲ। ਇਸ ਮੇਲ ਮਿਲਾਉਣੀ ਦਾ ਸੁਹਾਗ ਭਾਗ ਮਾਣਦਿਆਂ ਅਹਨਿਸ ਜਾਗ ਸੁਜਾਗੇ ਰਹੀਦਾ ਹੈ ਅਤੇ ਜਾਗ ਸੁਜਾਗੇ ਸਾਵਧਾਨਤਾ ਭਾਗੇ ਹੋਏ ਵਾਹਿਗੁਰੂ ਦੀ ਸਿਮਰਨ ਰੂਪੀ ਸੇਵਾ ਵਿਖੇ ਸਗੋਂ ਹੋਰ ਅਭੀਚ ਰੰਗਾਂ ਵਿੱਚ ਤਤਪਰ ਹੋਈਦਾ ਹੈ। ਇਹ ਆਤਮ ਵਿਵਸਥਾ ਪੂਰਨ ਤ੍ਰਿਪਤ ਅਕਾਵਨੀ ਸਹਿਜ ਸਮਾਦ ਸਮਾਵਨੀ ਅਵਸਥਾ ਹੁੰਦੀ ਹੈ। ਇਹ ਸਦਾ ਅਸਥਿਰ ਹਰ ਭੰਡਾਰ ਗੁਰੂ ਨਾਨਕ ਸਾਹਿਬ ਦੇ ਦਰੋਂ ਦਰਬਾਰੋਂ ਹੀ ਹੱਥ ਆਵੰਦਾ ਹੈ। ਯਥਾ ਗੁਰਵਾਕ ਤ੍ਰਿਪਤ ਅਘਾਏ ਸੰਤਾ ਗੁਰ ਜਾਣੈ ਜਿਨ ਮੰਤਾ, ਤਾਂ ਕੀ ਕਿਛ ਕਹਿ ਨਾ ਜਾਈ ਜਾਂ ਕੋ ਨਾਮ ਬਡਾਈ। ਲਾਲ ਅਮੋਲਾ ਲਾਲੋ ਅਗੈ ਅਤੋਲਾ ਨਾਮ ਰਹਾਉ, ਅਵਿਗਤ ਸੋ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ। ਪੇਕਤ ਸਗਲ ਦਿਹਾਨੋ ਤਜਿਓ ਮੰਤੇ ਅਭਿਮਾਨੋ। ਨੇਚਲ ਤਿਨ ਕਾ ਠਾਣਾ ਗੁਰ ਤੇ ਮਹਿਲ ਪਛਾਣਾ, ਅੰਦਿਨ ਗੁਰ ਮਿਲ ਜਾਗੇ ਹਰ ਕੀ ਸੇਵਾ ਲਾਗੇ। ਪੂਰਨ ਤ੍ਰਿਪਤ ਅਘਾਏ ਸਹਿਜ ਸਮਾਦ ਸੁਭਾਏ, ਹਰ ਭੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ। ਮਾਰੂ ਮਹੱਲਾ ਪੰਜਵਾਂ। ਜਿਸ ਵਾਹਿਗੁਰੂ ਨੂੰ ਅਵਿਗਤ ਗਹਿਣ ਗਤ ਵਿੱਚ ਨਾ ਆਉਣ ਵਾਲਾ ਜਾਣ ਕੇ ਸ਼ਰਧਾਹੀਨ ਲੋਕ ਕੋਰੇ ਨਾਸਤਕ ਹੋ ਬੈਠਦੇ ਹਨ, ਉਸ ਅਵਿਗਤ ਦੀ ਗਤ ਗੁਰੂ ਘਰ ਦੇ ਗੁਰਮੁਖ ਜਨਾਂ ਨੇ ਜਾਣੀ ਹੈ। ਪਰ ਤਾਂ ਜਾਣੀ ਹੈ ਜਾਂ ਸ਼ਬਦ ਗੁਰ ਮੰਤਰ ਦੀ ਅਤੁੱਟ ਅਭਿਆਸ ਕਮਾਈ ਕੀਤੀ ਹੈ, ਐਵੇਂ ਨਹੀਂ। ਗੁਰ ਸ਼ਬਦ ਦੁਆਰਾ ਜਾਣੀ ਪਛਾਣੀ ਹੋਈ ਅਵਿਗਤ ਦੀ ਗਤ ਗੁਰਮੁਖ ਜਨਾਂ ਨੂੰ ਇੱਕੋ ਰਵ ਰਿਆ ਨਿਰਵਾਣੀ ਤਾਈਂ ਪਰਤਕ ਲਖਾਉਂਦੀ ਹੈ। ਤਿਨਾਂ ਨੂੰ ਇੱਕ ਅਕਾਲ ਪੁਰਖ ਸਾਰੇ ਪਰਿਪੂਰਨ ਰਵ ਰਵਿਆ ਦਿਖਾਈ ਦਿੰਦਾ ਹੈ। ਜਿਨ੍ਹਾਂ ਗੁਰਮੁਖਾਂ ਨੇ ਇਸ ਪਰਤਕ ਪ੍ਰਗਟ ਸਰੂਪ ਵਿੱਚ ਅਵਿਗਤ ਦੀ ਗਤ ਜਾਤੀ ਹੈ, ਤਿਨਾਂ ਦੇ ਦਸਮ ਦਵਾਰ ਦਿਨ ਰਾਤੀ ਅਨਹਦ ਸ਼ਬਦ ਵਜਦਾ ਰਹਿੰਦਾ ਹੈ। ਯਥਾ ਗੁਰਵਾਕ ਅਨਹਦ ਸ਼ਬਦ ਵਾਜੈ ਦਿਨ ਰਾਤੀ, ਅਵਿਗਤ ਕੀ ਗਤ ਗੁਰਮੁਖ ਜਾਤੀ। ਤੋ ਜਾਨੀ ਜਾਂ ਸ਼ਬਦ ਪਛਾਨੀ,
ਏਕੋ ਰਵ ਰਹਿਆ ਨਿਰਬਾਨੀ। ਰਾਮਕਲੀ ਮਹੱਲਾ ਪਹਿਲਾ। ਅਸ਼ਟਪਦੀਆਂ।